ਗਲੜੀ ਪਿੰਡ ਦੇ ਵਿੱਚ। ਤੇ ਇਹਨਾਂ ਦੀ ਇੱਕ ਗੱਲ ਸੀ ਕਿ ਸਾਡੇ ਇਲਾਕੇ ਦੇ ਵਿੱਚ ਪਿਛਲੇ 4 ਸਾਲ ਦੇ ਉੱਤੋਂ ਜਿਹੜੀ ਪਹਿਲੀ ਸਰਕਾਰ ਸੀ ਕਾਂਗਰਸ ਸਰਕਾਰ ਦੇ ਵੇਲੇ ਜਿਹੜੇ ਕੁਝ ਸ਼ਰਾਰਤੀ ਅਨਸਰਾਂ ਨੇ ਜਿੰਦਰੇ ਵੱਢ ਕੇ ਜਿਹੜਾ ਪ੍ਰਬੰਧ ਸੀ, ਜਿਹੜੀ ਮੌਜੂਦਾ ਕਮੇਟੀ ਸੀ ਉਸ ਟਾਈਮ ਤੇ ਜਿਹੜੀ ਕੰਮ ਕਰ ਰਹੀ ਸੀ, ਜਿਹਨੂੰ ਪੂਰੇ ਇਲਾਕੇ ਨੇ ਚੁਣਿਆ ਸੀਗਾ, ਤੇ ਉਹਨਾਂ ਦਾ ਪ੍ਰਬੰਧ ਜਿਹੜਾ ਸੀ ਉਹ ਪ੍ਰਸ਼ਾਸਨ ਦੀ ਸਹਿਮਤੀ ਦੇ ਨਾਲ ਜਿਹੜਾ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਪੁਲਿਸ ਲਿਆ ਕੇ ਤੇ ਚੋਰੀ ਜਿੰਦਰੇ ਵੱਢ ਕੇ ਗੋਲਕਾਂ ਦੇ ਉੱਤੇ ਜਿਹੜੇ ਉਹ ਕਬਜ਼ਾ ਕੀਤਾ ਸੀ। ਸੋ ਉਸ ਵੇਲੇ ਵੀ ਬੜਾ ਵਾਦ ਚੱਲਿਆ। ਵਾਲਾ ਸਾਹਿਬ ਗੱਲ ਕਰੀਏ ਕਿ ਤੁਹਾਡੇ ਹਲਕਾ ਚਾਰਸੂ ਸ਼ੇਰ ਸਿੰਘ ਉਹ ਵੀ ਆਪਣੀ ਕਮੇਟੀ ਦਾ ਦਾਅਵਾ ਕਰ ਚੁੱਕੇ ਨੇ। ਜਿਹੜੀ ਤੁਸੀਂ ਗੱਲ ਕਰਦੇ ਹੋ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਕਿ ਜੇ ਤੁਸੀਂ ਸਮਝਦੇ ਹੋ ਕਿ ਸ਼ਮਸ਼ੇਰ ਸਿੰਘ ਇੱਥੇ ਦਖਲਅੰਦਾਜ਼ੀ ਕਰਦਾ, ਮੈਂ ਉਹਨੂੰ ਇਹ ਕਹਿਣਾ ਚਾਹਾਂਗਾ ਕਿ ਤੁਸੀਂ ਦੇਖ ਰਹੇ ਹੋ ਪਕਾਰ ਟੀਵੀ ਤੇ ਅੱਜ ਖੜਿਆ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਗਲੜੀ ਵਿਖੇ। ਮੁੱਦਾ ਹੈ ਟਾਹਲੀ ਸਾਹਿਬ ਦੇ ਪ੍ਰਬੰਧ ਨੂੰ ਲੈ ਕੇ ਪਿਛਲੇ 4 ਸਾਲ ਤੋਂ ਜਿਹੜਾ ਮੁੱਦਾ ਹੈ ਹਜੇ ਤੱਕ ਵਿਵਾਦ ਵਿੱਚ ਹੈ ਤੇ ਹਜੇ ਕੋਈ ਵੀ ਫੈਸਲਾ ਨਹੀਂ ਹੋ ਚੁੱਕਿਆ। ਰਿਸੀਵਰ ਪਿਛਲੇ 400 ਤੋਂ ਲੱਗਾ ਤੇ ਵੱਖ-ਵੱਖ ਧੜਿਆਂ ਦੀ ਜਿਹੜੀ ਦਾਅਵੇਦਾਰੀ ਹੈ ਉਹ ਹਰ ਰੋਜ਼ ਜਮਾਈ ਜਾਂਦੀ ਹੈ। ਸੋ ਅੱਜ ਵੀ ਇਸ ਪ੍ਰਬੰਧ ਨੂੰ ਲੈ ਕੇ ਵਿਸ਼ੇਸ਼ ਮੀਟਿੰਗ ਜਿਹੜੀ ਹੈ ਉਹ ਪਿੰਡ ਗਾਲੀ ਵਿਖੇ ਰੱਖੀ ਗਈ ਹੈ। ਬਹੁਤ ਸਾਰੇ ਇਲਾਕੇ ਦੇ ਪਤਵੰਤੇ ਸੱਜਣ ਤੇ ਕਸ਼ਮੀਰ ਸਿੰਘ ਵਾਲਾ ਆਮ ਆਦਮੀ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ ਦੇ ਪਹੁੰਚੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਮਕਸਦ ਹੈ ਅੱਜ ਦੀ ਮੀਟਿੰਗ ਨੂੰ ਲੈ ਕੇ? ਵੇਖੋ ਜੀ, ਸਭ ਤੋਂ ਪਹਿਲੇ ਮੈਂ ਪਕਾਰ ਟੀਵੀ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਇਹੋ ਜਿਹੇ ਸੰਜੀਦਾ ਮਸਲੇ ਨੇ ਜਿਹੜੇ ਜਿਨ੍ਹਾਂ ਨੂੰ ਪੂਰੇ ਇਲਾਕੇ ਦੇ ਵਿੱਚ ਜਿਹੜੀ ਆ ਉਹ ਚੁੰਮਣ ਹੁੰਦੀ ਆ, ਉਹਨੂੰ ਤੁਸੀਂ ਕਵਰ ਕਰਨ ਵਾਸਤੇ ਜਾਂ ਉਹਨਾਂ ਲੋਕਾਂ ਦੀ ਗੱਲ ਪਹੁੰਚਾਉਣ ਵਾਸਤੇ ਤੁਸੀਂ ਆਏ ਹੋ। ਮੈਂ ਤੁਹਾਡਾ ਪਹਿਲੇ ਸਾਰਿਆਂ ਦਾ ਸੰਗਤ ਵਿੱਚ ਤੁਹਾਡੇ ਸਰੋਤਿਆਂ ਨੂੰ ਧੰਨਵਾਦ ਕਰਦਾ ਤੇ ਨਾਲ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਂ ਪਹਿਲਾਂ ਵੀ ਕਾਫੀ ਸੰਗਤਾਂ ਨੇ 2-3 ਮੀਟਿੰਗਾਂ ਕੀਤੀ ਨੇ। ਅੱਜ ਵੀ ਇਹ ਇਲਾਕੇ ਦੇ ਸਾਰੇ ਪਿੰਡਾਂ ਦੇ ਲੋਕ ਜਿੰਨੇ ਜ਼ਿੰਮੇਵਾਰ ਸਾਥੀ ਇੱਥੇ ਗੁਰਦੁਆਰਾ ਸਾਹਿਬ ਇਕੱਠੇ ਹੋਏ ਸੀਗੇ ਗਲੜੀ ਪਿੰਡ ਦੇ ਵਿੱਚ। ਤੇ ਇਹਨਾਂ ਦੀ ਇੱਕ ਗੱਲ ਸੀ ਕਿ ਸਾਡੇ ਇਲਾਕੇ ਦੇ ਵਿੱਚ ਪਿਛਲੇ 4 ਸਾਲ ਦੇ ਉੱਤੋਂ ਜਿਹੜੀ ਪਹਿਲੀ ਸਰਕਾਰ ਸੀ ਕਾਂਗਰਸ ਸਰਕਾਰ ਦੇ ਵੇਲੇ ਜਿਹੜੇ ਕੁਝ ਸ਼ਰਾਰਤੀ ਅਨਸਰਾਂ ਨੇ ਜਿੰਦਰੇ ਵੱਢ ਕੇ ਜਿਹੜਾ ਪ੍ਰਬੰਧ ਸੀ, ਜਿਹੜੀ ਮੌਜੂਦਾ ਕਮੇਟੀ ਸੀ ਉਸ ਟਾਈਮ ਤੇ ਜਿਹੜੀ ਕੰਮ ਕਰ ਰਹੀ ਸੀ, ਜਿਹਨੂੰ ਪੂਰੇ ਇਲਾਕੇ ਨੇ ਚੁਣਿਆ ਸੀਗਾ, ਤੇ ਉਹਨਾਂ ਦਾ ਪ੍ਰਬੰਧ ਜਿਹੜਾ ਸੀ ਉਹ ਪ੍ਰਸ਼ਾਸਨ ਦੀ ਸਹਿਮਤੀ ਦੇ ਨਾਲ ਜਿਹੜਾ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਪੁਲਿਸ ਲਿਆ ਕੇ ਤੇ ਚੋਰੀ ਜਿੰਦਰੇ ਵੱਢ ਕੇ ਗੋਲਕਾਂ ਦੇ ਉੱਤੇ ਜਿਹੜੇ ਉਹ ਕਬਜ਼ਾ ਕੀਤਾ ਸੀ। ਸੋ ਉਸ ਵੇਲੇ ਵੀ ਬੜਾ ਵਾਦ ਚੱਲਿਆ ਸੀ। ਮੈਂ ਉਦੋਂ ਇਸ ਪ੍ਰਬੰਧ ਦੇ ਵਿੱਚ ਇਹ ਸਾਰੀ ਗੱਲ ਸੀ, ਉਦੋਂ ਮੈਂ ਮੇਰੀ ਜਦੋਂ ਲੋਕ ਇਕੱਠੇ ਹੋਏ ਮੈਂ ਉਹਦੇ ਵਿੱਚ ਹਾਜ਼ਰ ਸੀਗਾ। ਤੇ ਜੇ ਸ਼ਾਇਦ ਉਦੋਂ ਵੀ ਲੋਕਾਂ ਦੀ ਇਹ ਮੰਗ ਸੁਣੀ ਹੁੰਦੀ ਕਿ ਜਿਹੜੀ ਆ ਨਜਾਇਜ਼ ਹੋਇਆ ਤੇ ਪ੍ਰਸ਼ਾਸਨ ਨੇ ਜਾਂ ਉਦੋਂ ਦੀ ਸਰਕਾਰ ਨੇ ਇਹ ਵਿੱਚ ਦਖਲਅੰਦਾਜ਼ੀ ਦਿੱਤੀ ਹੁੰਦੀ ਤੇ ਲੋਕਾਂ ਦੀ ਮੰਗ ਦੇ ਅਨੁਸਾਰ ਚੱਲਦੇ ਤੇ ਅੱਜ ਤੱਕ ਇਹ ਨੌਬਤ ਨਾ ਆਉਂਦੀ। ਸੋ ਹੁਣ ਵੀ ਇਲਾਕੇ ਦੀ ਇਹ ਮੰਗ ਆ ਕਿ ਜੇ ਉਦੋਂ ਸੰਗਤ ਦੇ ਵਿੱਚ ਕਮੇਟੀ ਬਣੀ ਹੁੰਦੀ, ਉਦੋਂ ਵੀ ਅੰਦਰ ਵੜ ਕੇ ਕਮੇਟੀ ਬਣਾ ਲਈ ਗਈ ਜਿਹੜੀ ਅੱਜ ਕੋਰਟਾਂ ਦੇ ਵਿੱਚ ਜਿਹੜੀ ਉਹ ਬਰਾਬਰੀ ਕਰ ਰਹੀ ਆ ਇਲਾਕੇ ਦੀ ਕਮੇਟੀ ਦੀ, ਤੇ ਉਦੋਂ ਵੀ ਸੰਗਤ ਦੀ ਇਹੋ ਮੰਗ ਸੀ ਕਿ ਸੰਗਤ ਦੇ ਵਿੱਚ ਕਮੇਟੀ ਬਣੇ। ਹੁਣ ਵੀ ਸੰਗਤ ਦੀ ਮੰਗ ਆ ਕਿ ਇਹ ਕਮੇਟੀ ਜਿਹੜੀ ਆ ਉਹ ਗੁਰਦੁਆਰਾ ਸਾਹਿਬ ਪ੍ਰਬੰਧ ਜਿਹੜਾ ਉਹ ਇਲਾਕੇ ਦੇ ਜਿਹੜੇ ਸੱਜਣ ਨੇ ਲਾਗੇ ਤੇ ਬਾਬਾ ਨਾਨਕ ਦੀ ਜਿਹੜੀ ਅੰਸ਼-ਵੰਸ਼ ਵਿੱਚੋਂ ਬਾਬਾ ਸ਼੍ਰੀ ਚੰਦ ਜੀ ਨੇ ਉਹਨਾਂ ਦਾ ਧਾਰਮਿਕ ਸਥਾਨ ਆ, ਉਹਨੂੰ ਚਾਹੁਣ ਵਾਲੇ ਜਿਹੜੇ ਇਲਾਕੇ ਦੇ ਵਿੱਚ ਉਹਦੇ 'ਚ ਪਾਰਟੀ ਦੀ ਕੋਈ ਗੱਲ ਨਹੀਂ। ਮੈਂ ਵੀ ਇਹਨਾਂ ਦੀ ਗੱਲ ਪਰ ਵਾਲਾ ਸਾਹਿਬ ਗੱਲ ਕਰੀਏ ਕਿ ਤੁਹਾਡੇ ਹਲਕਾ ਚਾਰਸੂ ਸ਼ੇਰ ਸਿੰਘ ਉਹ ਵੀ ਆਪਣੀ ਕਮੇਟੀ ਦਾ ਦਾਅਵਾ ਕਰ ਚੁੱਕੇ ਨੇ। ਮੈਂ ਪਹਿਲਾਂ ਹੀ ਜ਼ਿਕਰ ਕੀਤਾ ਜੀ, ਇਹਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ, ਇਹਦੇ ਵਿੱਚ ਪਾਰਟੀਬਾਜ਼ੀ ਦੀ ਕੋਈ ਗੱਲ ਨਹੀਂ। ਮੈਂ ਇਸੇ ਪਾਸੇ ਗੱਲ ਕਰਨ ਵਾਲਾ ਸੀ ਤੁਹਾਡੇ ਨਾਲ ਕਿ ਇਲਾਕੇ ਦੇ ਲੋਕ ਜਦੋਂ ਇਹ ਚਾਹੁੰਦੇ ਨੇ ਕਿ ਅਸੀਂ ਪ੍ਰਬੰਧ ਇਲਾਕੇ ਦੇ ਜਿਹੜੇ ਲੋਕ ਆ ਚੁਣਨ, ਤੇ ਜੇ ਇਲਾਕੇ ਦੇ ਲੋਕ ਅੱਜ ਇਕੱਠੇ ਹੋ ਕੇ ਇਸ ਗੱਲ ਕਰ ਰਹੇ ਨੇ, ਪ੍ਰਸ਼ਾਸਨ ਨੂੰ ਵੀ ਇਹ ਮਿਲ ਰਹੇ ਨੇ ਕਿ ਹੁਣ ਇਹਨਾਂ ਨੂੰ ਆਸ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਇੱਕ ਸੱਚੀ ਤੇ ਸੁੱਚੀ ਪਾਰਟੀ ਆ, ਇਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਜਿਹੜਾ ਸਾਡਾ ਇਨਸਾਫ ਦੇਵੇਗੀ। ਤੇ ਜਿਹੜੀ ਤੁਸੀਂ ਗੱਲ ਕਰਦੇ ਹੋ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਕਿ ਜੇ ਤੁਸੀਂ ਸਮਝਦੇ ਹੋ ਕਿ ਸ਼ਮਸ਼ੇਰ ਸਿੰਘ ਇੱਥੇ ਦਖਲਅੰਦਾਜ਼ੀ ਕਰਦਾ, ਮੈਂ ਉਹਨੂੰ ਇਹ ਕਹਿਣਾ ਚਾਹਾਂਗਾ ਕਿ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਧਾਰਮਿਕ ਮਸਲਾ ਵਾ। ਇਹ ਗੁਰੂ ਘਰ ਦੇ ਮਸਲਿਆਂ ਦੇ ਵਿੱਚ ਸਾਡੀ ਖਾਸ ਕਰਕੇ ਜਿਨ੍ਹਾਂ ਨੂੰ ਕੋਈ ਇਹੋ ਜਿਹੀ ਕੋਈ ਆਸਥਾ ਨਹੀਂ ਹੈਗੀ ਉਹਨਾਂ ਨੂੰ ਬਹੁਤੀ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ। ਅੱਜ ਮੈਂ ਇਸ ਕਰਕੇ ਇਹਨਾਂ ਕੋਲ ਆਇਆ ਕਿ ਇਹ ਬਤੌਰ ਜ਼ਿਲ੍ਹਾ ਪ੍ਰਧਾਨ ਕਿ ਇਹ ਸਾਨੂੰ ਇਹ ਬੜੇ ਇਹਨਾਂ ਬਾਕੀ ਨਾਲ ਇਹ ਗੱਲ ਕਹੀ ਆ ਕਿ ਤੁਹਾਡਾ ਜਿਹੜਾ ਹਲਕੇ ਦੇ ਵਿੱਚ ਜਿਹਨੇ ਇਲੈਕਸ਼ਨ ਲੜੀ ਆ ਉਹਨੂੰ ਲੋਕਾਂ ਨੇ ਬਹੁਤ ਵੱਡਾ ਮੈਂਡੇਟ ਦਿੱਤਾ, ਬਹੁਤ ਵੋਟਾਂ ਪਾਈਆਂ, ਪਰ ਅੱਜ ਮੇਰੇ ਹਿਸਾਬ ਨਾਲ ਉਹ ਇਹਨਾਂ ਨੂੰ ਨਿਰਾਸ਼ਾ ਹੀ ਆ ਰਹੀ ਹੈ ਕਿ ਜਦੋਂ ਅਸੀਂ ਕਮੇਟੀ ਬਣਾਉਣ ਦੀ ਗੱਲ ਕੀਤੀ ਆ ਤੇ ਇਨਡਾਇਰੈਕਟ ਤੌਰ ਤੇ ਇਹਦੇ ਵਿੱਚ ਜਿਹੜਾ ਵਾ ਉਹ ਇਹਦੇ ਵਿੱਚ ਦਖਲਅੰਦਾਜ਼ੀ ਕਰ ਰਿਹਾ। ਸੋ ਮੈਂ ਤੁਹਾਡੇ ਮਾਧਿਅਮ ਨਾਲ ਕਹੂੰਗਾ ਕਿ ਉਹਨਾਂ ਨੂੰ ਇਸ ਕੰਮ 'ਚ ਦਖਲ ਨਹੀਂ ਕਰਨਾ ਚਾਹੀਦਾ। ਇਲਾਕੇ ਦੀ ਮੰਗ ਹੈ ਕਿ ਇਲਾਕਾ ਜਿੱਦਾਂ ਬਹਿ ਕੇ ਆਪਣੇ ਗੁਰਦੁਆਰਾ ਸਾਹਿਬ ਵਾਲਾ ਸਾਹਿਬ ਜੇ ਗੱਲ ਕਰੀਏ ਤੇ ਪਿਛਲੇ 20 ਸਾਲ ਤੋਂ ਇਹੀ ਮੁੱਦਾ ਅਟਕਦਾ, ਖਾਸ ਕਰਕੇ ਗੁਰਦੁਆਰਾ ਟਾਹਲੀ ਸਾਹਿਬ ਦਾ, ਕਿਉਂਕਿ ਜਦੋਂ ਵੀ ਸਰਕਾਰ ਆਈਆਂ ਨੇ ਤੇ ਆਪਣੇ ਧੜੇ ਨੇ ਕਮੇਟੀ ਦਾ ਦਾਅਵਾ ਕੀਤਾ, ਬਟ ਪ੍ਰੋਬਲਮ ਉੱਥੇ ਆਉਂਦੀ ਹੈ ਵੀ ਹਰ 2 ਸਾਲ ਬਾਅਦ ਜਿਹੜਾ ਵਿਵਾਦ ਹੈ ਉਹ ਅਖਬਾਰਾਂ 'ਚ ਉਹ ਚੈਨਲਾਂ 'ਚ ਚਮਕਦਾ। ਕੀ ਕਾਰਨ ਆ? ਇਹ ਮੁੱਦਾ ਕਦੋਂ ਖਤਮ ਹੋਏਗਾ? ਇਹ ਮੁੱਦਾ ਉਦੋਂ ਖਤਮ ਹੋ ਜਾਣਾ ਜੀ ਜਦੋਂ ਬਾਬੇ ਸ਼੍ਰੀ ਚੰਦ ਦੀ ਸ਼ਕਤੀ ਨੂੰ ਸਮਝ ਲਿਆ ਜਾਂ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਮਹਾਨਤਾ ਨੂੰ ਸਮਝ ਲੈਣਗੇ ਲੋਕ ਤੇ ਇਹ ਮੁੱਦੇ ਆਪੇ ਖਤਮ ਹੋ ਜਾਣਗੇ। ਜਿੰਨਾ ਚਿਰ ਤੱਕ ਮੇਰੀ ਇਹਨਾਂ 'ਚੋਂ ਖਤਮ ਨਹੀਂ ਹੁੰਦੀ ਉਹਨਾਂ ਚਿਰ ਇਹ ਚੱਲਦਾ ਹੀ ਰਹੇਗਾ। ਸੋ ਇਸ ਕਰਕੇ ਸਭ ਤੋਂ ਪਹਿਲਾਂ ਤੇ ਇਹਨਾਂ ਨੂੰ ਇਹ ਕਰ ਲੈਣ ਕਿ ਤੁਹਾਡਾ
ਜਹਾਜ਼ ਬਣ ਕੇ ਤੁਸੀਂ ਨਾਲ ਖੜਨਾ ਕੱਖ ਨਹੀਂ ਇੱਥੇ। ਸਿਧਾਰਥ ਸ਼ੰਕਰ ਰੇ ਵਰਗੇ ਵੀ ਤੁਹਾਨੂੰ ਯਾਦ ਆ ਪਿਛਲੇ ਸਮੇਂ 'ਚ ਉਹਨਾਂ ਵੀ ਹੈਲੀਕਾਪਟਰ ਭਰ ਕੇ ਲੈ ਕੇ ਜਾਣ ਡੇ ਸੀ, ਜਿੰਨੀ ਮਾਇਆ ਲੁੱਟੀ ਸੀ ਗਵਰਨਰੀ ਰਾਜ ਦੇ ਵਿੱਚ, ਲੋਕਾਂ ਦੇ ਨਜਾਇਜ਼ ਨਿਆਣੇ ਮਰਵਾ ਕੇ ਝੂਠੇ ਮੁਕਾਬਲੇ ਬਣਾ ਕੇ, ਤੇ ਉਹ ਜਹਾਜ਼ ਰਾਜ ਕ੍ਰੈਸ਼ ਹੋ ਗਿਆ ਸੀਗਾ। ਉਹ ਧਰਮਸ਼ਾਲਾ ਆਪਣੇ ਮੁੰਡੇ ਕੋਲ ਪਹੁੰਚ ਹੀ ਨਹੀਂ ਸਕਿਆ, ਟੱਬਰ ਰਾਜ ਹੀ ਮਰ ਗਿਆ, ਤੇ ਨੋਟ ਜਿਹੜੇ ਉਹ ਰਾਜ ਲੋਕਾਂ ਨੇ ਗੁਜਰਾਂ ਤੇ ਡੇਰਿਆਂ ਵਾਲਿਆਂ ਚੁਗੇ ਸੀ। ਸੋ ਇਸ ਕਰਕੇ ਇਹਨਾਂ ਨੂੰ ਇਹ ਗੱਲ ਭੁੱਲਣੀ ਚਾਹੀਦੀ ਹੈ, ਕੋਈ ਅਹੁਦੇ ਦੀ ਦਾਰੀ ਜਾਂ ਕਿਸੇ ਨੂੰ ਕੋਈ ਅਫਸਰਸ਼ਾਹੀ ਦੀ ਜਾਂ ਕੋਈ ਇੱਧਰ ਉੱਧਰ ਦੀ ਧੌਂਸ ਜਮਾ ਕੇ ਇਹੋ ਜਿਹੇ ਕੰਮ 'ਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਤੇ ਸੰਗਤ ਤੇ ਛੱਡ ਦੇਣਾ ਚਾਹੀਦਾ। ਸੰਗਤ ਚਾਹੁੰਦੀ ਆ, ਉਦੋਂ ਵੀ ਜੇ ਸੰਗਤ ਨੇ ਉਦੋਂ ਵੀ ਮੇਰੀ ਇਹ ਗੱਲ ਮੰਨੀ ਹੁੰਦੀ ਕਿ ਸੰਗਤ ਦੇ ਵਿੱਚ ਕਮੇਟੀ ਬਣਾ ਲਓ, ਤੇ ਉਦੋਂ ਵੀ ਕੁਝ ਸ਼ਰਾਰਤੀ ਅਨਸਰਾਂ ਨੇ ਅੰਦਰ ਜਿਹੜੀ ਅੱਜ ਤੁਸੀਂ ਮੀਟਿੰਗ ਕੀਤੀ ਹੈ ਤੇ ਕੀ ਮੁੱਦਾ ਰਿਹਾ ਕਿ ਕਮੇਟੀ ਦਾ ਪ੍ਰਧਾਨ ਚੁਣ ਜਾਏਗਾ ਜਾਂ 11 ਮੈਂਬਰੀ ਜਾਂ 21 ਮੈਂਬਰੀ ਕਮੇਟੀ ਹੀ ਇੱਥੇ ਕੰਮ ਕਰੇਗੀ? ਇਹ ਗੁਰਦੁਆਰਾ ਦਾ ਪ੍ਰਬੰਧ ਜਿਹੜਾ ਜੀ ਅੱਜ ਜੋ ਮੈਂ ਵੇਖਿਆ ਕਿ ਜੋ ਸੰਗਤ ਨੇ ਫੈਸਲਾ ਕੀਤਾ ਕਿ 21 ਮੈਂਬਰ ਜਿਹੜੇ ਆ ਜੋ ਅੱਜ ਸੰਗਤ ਸਾਰੇ ਇਲਾਕੇ ਦੀ ਇਕੱਠੀ ਹੋਈ ਆ, ਇਹ 21 ਮੈਂਬਰ ਇਹਨਾਂ ਨੇ ਫੈਸਲਾ ਕੀਤਾ ਕਿ ਉਹ ਚੁਣੇ ਜਾਣਗੇ। 21 ਮੈਂਬਰ ਜਿਹੜੇ ਨੇ ਉਹ ਕਮੇਟੀ ਮੈਂਬਰ ਨਹੀਂਗੇ, ਉਹ ਸਿਰਫ ਅਗਲੀ ਜੋ ਇਹਨਾਂ ਨੇ ਰਣਨੀਤੀ ਆ ਵੀ ਸਾਰੇ ਇਲਾਕੇ ਦੇ ਵਿੱਚ ਚਾਹੇ ਉਹ ਵਿਰੋਧੀ ਹੋਵੇ, ਚਾਹੇ ਆਪਣਾ ਹੋਵੇ, ਚਾਹੇ ਬਗਾਨਾ ਹੋਵੇ, ਜਾਂ ਜਿਹੜੇ ਦਖਲਅੰਦਾਜ਼ੀ ਕਰਨ ਦੇ ਉਹਨਾਂ ਨੂੰ ਸਾਰਿਆਂ ਨੂੰ ਉਹ ਕਮੇਟੀ ਰਿਕੁਐਸਟ ਕਰੇਗੀ। ਰਿਕੁਐਸਟ ਕਰਕੇ ਤੇ ਸਾਰੇ ਪਿੰਡਾਂ ਦੇ ਵਿੱਚੋਂ ਜਿਹੜੇ ਗੁਰੂ ਘਰ ਨੂੰ ਚਾਹੁਣ ਵਾਲੇ ਬਾਬਾ ਸ੍ਰੀ ਚੰਦ ਦੇ ਪ੍ਰਬੰਧ ਨੂੰ ਲੋਕਾਂ ਦੇ ਥਾਂ ਦੇਣ ਵਾਸਤੇ ਹਰ ਪਿੰਡ ਚੋਂ 1-1, 2-2, 4-4 ਬੰਦੇ ਲੈ ਕੇ, ਉਹ 100 ਦੀ ਵੀ ਹੋ ਸਕਦੀ ਹੈ, 150 ਮੈਂਬਰ ਵੀ ਹੋ ਸਕਦਾ, ਉਹ 100 ਜਾਂ 150 ਮੈਂਬਰ ਜਿਹੜਾ ਉਹ ਗੁਰਦੁਆਰਾ ਸਾਹਿਬ ਟਾਹਲੀ ਸਾਹਿਬ ਪ੍ਰਸ਼ਾਸਨ ਨੂੰ ਦੱਸ ਕੇ, ਅਖਬਾਰਾਂ 'ਚ ਤੁਹਾਨੂੰ ਮੀਡੀਆ ਨੂੰ ਦੱਸ ਕੇ, ਉਹ ਗੁਰੂ ਘਰ ਦੇ ਵਿੱਚ ਬੈਠ ਕੇ ਗੁਰੂ ਦੀ ਹਾਜ਼ਰੀ ਦੇ ਵਿੱਚ ਜਿਹੜੀ ਆ ਅਗਲੀ ਜਿਹੜੀ ਕਮੇਟੀ ਆ ਉਹ ਬਣਾਈ ਜਾਵੇਗੀ। ਸੋ ਜਿਹੜੀਆਂ ਲਗਭਗ 4-5 ਦਾਅਵੇਦਾਰੀਆਂ ਕਰਦੇ ਨੇ ਸਾਡੇ, ਜੇ ਮੈਂ ਨਾਂ ਲਵਾਂ ਤੇ ਲੰਬਾ ਹੋ ਜਾਏਗਾ, ਉਹਨਾਂ ਨੂੰ ਕੀ ਮੈਸੇਜ ਹੈ, ਕੀ ਸੁਨੇਹਾ ਗੱਲ ਵੱਖਰੀ 'ਚ ਲੈਂਦੇ ਉਹਨਾਂ ਨੂੰ? ਮੈਂ ਉਹਨਾਂ ਗੜੀ ਬੇਨਤੀ ਕਰਾਂਗਾ ਜੀ, ਕੁਝ ਸਾਥੀਆਂ ਨੂੰ ਮਿਲੇ ਆ ਸਾਡੇ ਸਾਥੀ, ਉਹਨਾਂ ਨੇ ਸਹਿਮਤੀ ਕੀਤੀ ਆ ਕਿ ਅਸੀਂ ਬਾਬੇ ਸ੍ਰੀ ਚੰਦ ਦੇ ਬਰਾਬਰੀ ਨਹੀਂ ਕਰਨਾ ਚਾਹੁੰਦੇ। 1-2 ਜਿਹੜੇ ਸਾਥੀ ਵਿੱਚ ਸਾਡੇ ਜਿਹੜੇ ਉਹ ਧਿਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਵੀ ਰਿਕੁਐਸਟ ਕਰਾਂਗੇ, ਲੋਕਾਂ ਦੀ ਮਾਧਿਅਮ ਰਾਹੀਂ ਵੀ ਕਰਾਂਗੇ, ਜੇ ਲੋੜ ਪਈ ਤੇ ਮੈਂ ਵੀ ਉਹਨਾਂ ਨੂੰ ਜਾ ਕੇ ਰਿਕੁਐਸਟ ਕਰਾਂਗਾ ਕਿ ਇਹ ਬਾਬੇ ਸ੍ਰੀ ਚੰਦ ਦੇ ਕੰਮ ਦੇ ਵਿੱਚ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਇਕੱਠੇ ਬਹਿਣਾ ਚਾਹੀਦਾ, ਔਰ ਸਾਰੇ ਇਕੱਠੇ ਬਹਿ ਕੇ ਜਿਹੜੀ ਆ ਉਹ ਗੁਰੂ ਘਰ ਦੀ ਹਾਜ਼ਰੀ ਵਿੱਚ ਜਿਹੜੀ ਉਹ ਕਮੇਟੀ ਬਣਾ ਲਓ। ਤੇ ਪ੍ਰਬੰਧਕੀ ਗੱਲ ਤੇ ਪ੍ਰਧਾਨਗੀ ਤੇ ਆਣ ਕੇ ਖੜੀ ਹੁੰਦੀ ਆ, ਤੁਸੀਂ ਆਪਣੀ ਸਾਰੇ ਇਲਾਕੇ ਦੀ 100 ਜਾਂ 150 ਮੈਂਬਰੀ ਕਮੇਟੀ ਬਣਾ ਲਓ, ਉਹਦੇ ਵਿੱਚੋਂ ਤੁਸੀਂ 11 ਮੈਂਬਰੀ ਕਮੇਟੀ ਬਣਾ ਕੇ ਪ੍ਰਬੰਧ ਸ਼ੁਰੂ ਕਰ ਦਿਓ। ਜੋ ਇਲਾਕੇ ਦੇ ਲੋਕ ਚਾਹੁੰਦੇ ਆ ਹਰ ਮਹੀਨੇ ਉੱਥੇ ਮੀਟਿੰਗ ਕਰਕੇ ਫੈਸਲਾ ਕਰ ਲੈਣ ਕਿ ਆਹ ਪ੍ਰਬੰਧ ਚਲਾਉਣਾ, ਆਹ ਕੰਮ ਕਰਨਾ, ਤੇ ਉਹਦੇ ਹਿਸਾਬ ਨਾਲ ਕੰਮ ਕਰਾ ਲੈਣ। ਮੇਰੇ ਸਮਝਣਾ ਜੇ ਸਾਨੂੰ ਕੋਈ ਲਾਲਚ ਨਹੀਂ ਤੇ ਫਿਰ ਇਹ ਸਾਰੇ ਲਾਲਚ ਛੱਡ ਕੇ ਸਾਨੂੰ ਇੱਕ ਪਲੇਟਫਾਰਮ ਤੇ ਗੁਰੂ ਘਰ 'ਚ ਬੈਠ ਕੇ ਇਹ ਕਮੇਟੀ ਬਣਾ ਲੈਣੀ ਚਾਹੀਦੀ ਹੈ। ਸੋ ਕਹਿੰਦੇ ਕਿ ਜਿੱਦਾਂ ਨਹੀਂ ਕਰਨੀਆਂ ਬਾਬੇ ਸ੍ਰੀ ਚੰਦ ਜੀ ਦਾ ਪ੍ਰਬੰਧ ਦਾ ਮਸਲਾ, ਤੇ ਸਾਰੀ ਸੰਗਤ ਜਿਹੜੀ ਆ ਇਕੱਠੀ ਹੋ ਕੇ ਆਓ ਰਲ ਕੇ ਇਸ ਪ੍ਰਬੰਧ ਜਿਹੜਾ ਚੰਗੇ ਹੱਥਾਂ ਵਿੱਚ ਆ ਸਕੇ। ਕੀ ਕਹਿਣਾ ਚਾਹੋਗੇ ਜੀ ਅੱਜ ਦੀ ਮੀਟਿੰਗ ਨੂੰ ਲੈ ਕੇ? ਅੱਜ ਦੀ ਮੀਟਿੰਗ ਤੇ ਵਾਲਾ ਸਾਹਿਬ ਨੇ ਤੁਹਾਨੂੰ ਦੱਸ ਹੀ ਦਿੱਤਾ ਵੀ ਲੋਕਾਂ ਦਾ ਜਿਹੜਾ ਵਾ ਇਕੱਠ ਕਾਫੀ ਵਧੀਆ ਹੋਇਆ ਇੱਥੇ, ਤੇ ਲੋਕਾਂ ਦੇ ਇਹੋ ਰੁਝਾਨ ਸੀ ਕਿ ਵੀ ਜਿਹੜੇ 4-5 ਜਾਣੇ ਹੈਗੇ ਨੇ ਉਹਨਾਂ ਨੂੰ ਮੇਰੇ ਵੱਲੋਂ ਵੀ ਤੇ ਸਾਰਿਆਂ ਨੇ ਵਾਲਾ ਸਾਹਿਬ ਨੇ ਵੀ ਕਿਹਾ ਵੀ ਤੁਸੀਂ ਭਾਈ ਆਪਣੇ ਘਰ ਬੈਠੋ ਤੇ ਕਮੇਟੀ ਜਿਹੜੀ ਆ ਉਹ ਸੰਗਤ ਚੁਣੇ, ਤੇ ਸੰਗਤ ਦੇ ਵਿੱਚ ਪ੍ਰਵਾਨਗੀ ਕਮੇਟੀ ਨੂੰ ਮਿਲਣੀ ਆ। ਅਗਰ ਜੇ ਉਹ ਨਹੀਂ ਟਲਦੇ ਤੇ ਫਿਰ ਵੀ ਕੋਸ਼ਿਸ਼ ਕਰਨੀ ਆਪਾਂ ਬਾਬਾ ਸ਼੍ਰੀ ਚੰਦ ਦੇ ਜਨਮ ਦਿਨ ਤੋਂ ਬਾਅਦ ਜਿਹੜਾ 5 ਜਾਂ 6 ਤਰੀਕ ਨੂੰ ਆਪਾਂ ਅਗਲਾ ਪ੍ਰੋਗਰਾਮ ਰੱਖਾਂਗੇ, ਤੇ ਗੁਰੂ ਘਰ ਜਾ ਕੇ ਹੀ ਕਮੇਟੀ ਦੀ ਚੋਣ ਕੀਤੀ ਜਾਏਗੀ। ਸੰਗਤ 'ਚ ਹੋਏਗੀ ਚੋਣ ਤੇ ਸੰਗਤ 'ਚ ਪ੍ਰਵਾਨਗੀ ਹੋਏਗੀ ਕਮੇਟੀ ਨੂੰ। ਇੰਨਾ ਕੁਛ ਹੀ ਕਵਾਂਗਾ। ਵਾਹਿਗੁਰੂ ਜੀ ਕਾ ਬਹੁਤ ਬਹੁਤ ਧੰਨਵਾਦ। ਸੋ ਜਿਹੜਾ ਰਿਸੀਵਰ ਲਗਭਗ 450 ਲੱਗਾ ਹੋਇਆ, ਕੀ ਚਾਹੁੰਦੇ ਹੋ ਕਿ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਪ੍ਰਬੰਧ ਕਰਨ ਜਾਂ ਰਿਸੀਵਰ ਹੀ ਪ੍ਰਬੰਧ ਕਰੇ? ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਬੰਧਕਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਪ੍ਰੋਗਰਾਮ ਜਿਹੜਾ ਕੀਤਾ। ਜਿਹੜੀ ਮੇਰੀ ਬੇਨਤੀ ਆ ਉਹ ਇਹ ਆ ਵੀ ਜਿੱਦਾਂ ਅਸੀਂ ਹਸਪੀਟਲ ਆਪਣੇ ਬਣਾਉਣਾ ਚਾਹੁੰਦੇ ਆ, ਸਕੂਲ ਵੀ ਇੱਥੇ ਹੈਗਾ, ਉਹਦੇ ਨਾਲ ਨਾਲ ਦੇਖੋ ਜਿਹੜਾ ਸਿੱਖੀ ਦੇ ਪ੍ਰਚਾਰ ਵਾਸਤੇ ਸਾਨੂੰ ਕੁਝ ਪ੍ਰਚਾਰਕ ਜਿਹੜੇ ਆ ਉਹ ਪਿੰਡਾਂ 'ਚ ਸੱਦਣੇ ਚਾਹੀਦੇ ਆ, ਕਿਉਂਕਿ ਨਾਨਕੇ ਕੇ ਘਰ ਕੇਵਲ ਨਾਮ, ਇਸ ਪਾਸੋਂ ਅਸੀਂ ਬਹੁਤ ਹੀ ਵਾਂਝੇ ਰਹਿ ਰਹੇ ਆ। ਵੇਖੋ ਕ੍ਰਿਸਚਨ ਧਰਮ ਆ, ਸਾਡੇ ਕੁਝ ਲੋਕਾਂ ਨੂੰ ਵਰਗਲਾ ਕੇ ਆਪਣੇ ਧਰਮ 'ਚ ਰਲਾਈ ਜਾ ਰਹੇ ਆ। ਇਸ ਕਰਕੇ ਮੇਰੀ ਇਹ ਬੇਨਤੀ ਹੈ, ਮੈਂ ਬੇਨਤੀ ਕਰਦਾ ਵੀ ਰਹਾਂਗਾ, ਹੋਰ ਵੀਰਾਂ ਨੂੰ ਵੀ ਨਾਲ ਲਵਾਂਗਾ ਵੀ ਜਿਹੜੀ ਕਮੇਟੀ ਬਣਨੀ ਆ ਉਹਦਾ ਅਸੀਂ ਸਾਥ ਵੀ ਦਈਏ, ਤੇ ਅਸੀਂ ਉਹਨਾਂ ਨੂੰ ਇਹ ਕਹੀਏ ਵੀ ਪਿੰਡਾਂ 'ਚ ਪ੍ਰਚਾਰ ਵਾਸਤੇ ਕੁਝ ਪ੍ਰਚਾਰਕ ਸੱਦੇ ਜਾਣ। ਮੇਰੀ ਇਹੋ ਬੇਨਤੀ ਹੈ ਜੀ। ਸੋ ਬਹੁਤ ਬਹੁਤ ਧੰਨ। ਵੱਖਰੇ ਵੱਖਰੇ ਵਿਚਾਰ ਜਿਹੜੇ ਨੇ ਉਹ ਸੰਗਤਾਂ ਰੱਖ ਰਹੀਆਂ ਸੀ। ਬਾਪੂ ਜੀ ਬੇਨਤੀ ਹੈ ਕਿ 4 ਸਾਲ ਤੋਂ ਰਿਸੀਵਰ ਲੱਗਾ ਹੋਇਆ, ਕੀ ਚਾਹੁੰਦੇ ਹੋ ਕਿ ਪ੍ਰਬੰਧ ਰਿਸੀਵਰ ਕੋਈ ਰਹੇ ਜਾਂ ਸਿੱਖ ਸੰਗਤਾਂ ਕੋ ਆ ਜੇ? ਗੁਰੂ ਘਰ ਦਾ ਪ੍ਰਬੰਧ ਜਾਂ ਗੁਰਦੁਆਰਾ ਸਾਹਿਬ ਪ੍ਰਬੰਧ ਜਾਂ ਉਹ ਸੰਗਤ ਕੋ ਹੋਣਾ ਚਾਹੀਦਾ, ਨਾ ਕਿ ਰਿਸੀਵਰ ਦੇ ਕੋ ਹੋਣਾ ਚਾਹੀਦਾ। ਸਰਕਾਰੀ ਦਖਲਅੰਦਾਜ਼ੀ ਨਹੀਂ ਚਾਹੁੰਦੇ, ਕਿਸੇ ਤਰ੍ਹਾਂ ਦੀ ਸਿਆਸੀ ਦਖਲਅੰਦਾਜ਼ੀ ਨਹੀਂ ਚਾਹੁੰਦੇ। ਇਹ ਜੋ ਅੱਜ ਦੀ ਕਮੇਟੀ 21 ਮੈਂਬਰੀ ਅੱਜ ਬਣਾਈ ਆ, ਇਹੋ ਹੀ ਗਾਂ ਸੰਗਤ ਇਕੱਠੀ ਲਾ ਕੇ ਸੰਗਤ ਇਕੱਠੀ ਕਰਕੇ ਇਹਨਾਂ ਜੋ ਕਮੇਟੀ ਬਣਾਈ ਜਾਏਗੀ। ਅਸੀਂ ਇਹੋ ਚਾਹੁੰਦੇ ਹਾਂ ਕਿ ਲੋਕਾਂ ਕੋ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸੰਗਤ ਕੋ ਆਵੇ, ਨਾ ਕਿ ਕਿਸੇ ਸਿਆਸੀ ਬੰਦੇ ਕੋ। ਜਿਸ ਤਰ੍ਹਾਂ ਜਿਸ ਘਰ ਬਹਿ ਕੇ ਆਪਣੇ ਦਫ਼ਤਰ ਬਹਿ ਕੇ ਕਮੇਟੀ ਬਣਾਉਂਦਾ ਅਸੀਂ ਪ੍ਰਵਾਨ ਨਹੀਂ ਕਰਾਂਗੇ। ਕੋਈ ਵੀ ਬੰਦਾ ਘਰ ਬਹਿ ਕੇ ਕਮੇਟੀ ਬਣਾਉਂਦਾ ਅਸੀਂ ਪ੍ਰਵਾਨ ਨਹੀਂ ਕਰਾਂਗੇ। ਗੁਰਦੁਆਰਾ ਸਾਹਿਬ ਕਮੇਟੀ ਬਣ ਕੇ ਉਹ ਸਾਰੀ ਸੰਗਤ ਲਾ ਕੇ ਪ੍ਰਵਾਨ ਕਰੇਗਾ।
ਸੋ ਕਹਿੰਦੇ ਨੇ ਕਿ ਜਿਹੜੀ ਕਮੇਟੀ ਦੀ ਪ੍ਰਵਾਨਗੀ ਹੈ ਉਹ ਸੰਗਤ ਦੇ ਵਿੱਚ ਹੀ ਹੋਏਗੀ। ਜਿਹੜੀਆਂ ਬਹੁਤ ਸਾਰੀਆਂ ਕਮੇਟੀਆਂ ਜਿਹੜੇ ਪ੍ਰਧਾਨ ਦੇ ਦਾਅਵੇਦਾਰ ਕਰਦੀਆਂ ਨੇ ਉਹਨੂੰ ਅਸੀਂ ਨਹੀਂ ਮੰਨਦੇ। ਕੀ ਕਹਿਣਾ ਚਾਹੋਗੇ ਵੀਰ ਜੀ, ਪ੍ਰਬੰਧ ਪ੍ਰਸ਼ਾਸਨ ਕਰਵੇ ਜਾਂ ਸਿੱਖ ਸੰਗਤਾਂ ਕੋਲੋਂ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ। ਦੇਖੋ ਜੀ, ਜਿਹੜਾ ਪ੍ਰਬੰਧ ਹੈ ਉਹ ਸੰਗਤ ਦੇ ਕੋਲ ਹੋਣਾ ਚਾਹੀਦਾ। ਜੇ ਸੰਗਤ ਕੋਲ ਹੋਵੇਗਾ ਤੇ ਤਾਂ ਅਸੀਂ ਗਰੀਬ ਮਜ਼ਲੂਮਾਂ ਤੇ ਆਪਣੀਆਂ ਬੇਟੀਆਂ ਜਿਹੜੀਆਂ ਕਾਲਜ ਪੜ੍ਹ ਰਹੀਆਂ ਉਹਨਾਂ ਦੀ ਮਦਦ ਕਰ ਸਕਦੇ ਹਾਂ। ਹਸਪੀਟਲ ਬਣਿਆ ਤੇ ਅਸੀਂ ਲੋਕਾਂ ਨੂੰ ਵਧੀਆ ਦਵਾਈ ਦਾਰੂ ਦੇ ਸਕਦੇ ਹਾਂ, ਵਧੀਆ ਇਲਾਜ ਦੇ ਸਕਦੇ ਹਾਂ। ਤੇ ਜੇ ਪ੍ਰਬੰਧ ਪ੍ਰਸ਼ਾਸਨ ਕੋਲ ਰਹੇਗਾ ਤੇ ਪ੍ਰਸ਼ਾਸਨ ਕੋਲ ਜੇ ਰਹੇਗਾ ਤੇ ਫਿਰ ਉਹਦਾ ਜਿਹੜਾ ਸਾਨੂੰ ਉਹਦਾ ਘਾਟਾ, ਇਸ ਇਲਾਕੇ ਦੀ ਸੰਗਤ ਨੂੰ ਘਾਟਾ। ਤੇ ਮੈਂ ਸਾਰੇ ਹੀ ਇਲਾਕੇ ਦੀ ਸੰਗਤ ਨੂੰ ਬੇਨਤੀ ਕਰਦਾ ਕਿ ਹੱਥ ਜੋੜ ਕੇ ਕਿ ਤੁਸੀਂ ਸਾਰੇ ਆਓ, ਸੇਵਾਦਾਰ ਦੇ ਰੂਪ ਦੇ ਵਿੱਚ ਇਹਨੂੰ ਸੇਵਾ ਨੂੰ ਆਪਾਂ ਕਰੀਏ ਤੇ ਲਈਏ ਤੇ ਇਹਦਾ ਜਿਹੜਾ ਪ੍ਰਬੰਧ ਹੈ ਵਧੀਆ ਤਰੀਕੇ ਨਾਲ ਚੱਲ ਸਕੇ। ਜਿਹੜਾ ਸਾਡੇ ਕਾਲਜ ਨੇ ਉਹਦੇ ਵਿੱਚ ਬੇਟੀਆਂ ਦੀ ਜਿਹੜੀ ਗਿਣਤੀ ਘਟ ਗਈ ਹੈ ਉਹ ਵੀ ਵਧੇ, ਕਿਉਂਕਿ ਬੇਟੀਆਂ ਨੂੰ ਬੜੀ ਦੂਰ ਦੂਰ ਜਾਣਾ ਪੈਂਦਾ ਤੇ ਸਾਡੇ ਕੋਲ ਹੈ। ਜੇ ਇਹਦੀ ਐਜੂਕੇਸ਼ਨ ਵਧੀਆ ਹੋਵੇਗੀ ਤਾਂ ਇਲਾਕੇ ਨੂੰ ਫਾਇਦਾ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਕਹਿ ਰਹੇ ਕਿ ਨੁਕਸਾਨ ਜਿਹੜਾ ਕਿਤੇ ਨਾ ਕਿਤੇ ਬਾਬੇ ਸ਼੍ਰੀ ਚੰਦ ਦੀ ਕਮੇਟੀ ਨੂੰ ਲੈ ਕੇ ਹੋ ਰਿਹਾ, ਚਾਹੇ ਕਾਲਜ ਦੀ ਗੱਲ ਕੀਤੀ ਜਾਵੇ, ਚਾਹੇ ਹਸਪੀਟਲ ਦੀ ਗੱਲ ਕੀਤੀ ਜਾਵੇ ਜਾਂ ਹੋਰ ਪ੍ਰਬੰਧ ਨੂੰ ਲੈ ਕੇ ਗੱਲ ਕੀਤੀ ਜਾਏ, ਨੁਕਸਾਨ ਜਿਹੜਾ ਆ ਉਹ ਇਸ ਇਲਾਕੇ ਨੂੰ ਜ਼ਰੂਰ ਹੋ ਰਿਹਾ। ਕੀ ਕਹਿਣਾ ਚਾਹੋਗੇ ਰਿਸੀਵਰ ਬਾਰੇ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਰਿਸੀਵਰ ਬਾਰੇ ਇਹੋ ਕਹਿਣਾ ਚਾਹੁੰਦਾ ਵੀ 4 ਸਾਲ ਤੋਂ ਸਰਕਾਰੀ ਜਿਹੜਾ ਤੰਤਰ ਆ ਉਹੀ ਚਲਾ ਰਿਹਾ ਗੁਰਦੁਆਰਾ ਸਾਹਿਬ ਨੂੰ, ਜਦੋਂ ਕਿ ਗੁਰੂ ਘਰਾਂ ਦਾ ਜਿਹੜਾ ਪ੍ਰਬੰਧ ਆ ਉਹ ਕਮੇਟੀਆਂ ਸਿੱਖ ਸੰਗਤਾਂ ਹੀ ਚਲਾਉਂਦੀਆਂ ਨੇ। ਇਲਾਕੇ ਦੀ ਸੰਗਤ ਤੇ ਬਾਬਾ ਸ੍ਰੀ ਚੰਦ ਦਾ ਜੋ ਸਥਾਨ ਆ ਇਹ ਸ਼ੁਰੂ ਤੋਂ ਇਲਾਕੇ ਦੀ ਸੰਗਤ ਜਿਹੜੀ ਉਹ ਚਲਾ ਰਹੀ ਆ। ਤੇ ਹੁਣ ਇਹ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਪ੍ਰਧਾਨ ਸਾਹਿਬ ਸਰਦਾਰ ਕਸ਼ਮੀਰ ਸਿੰਘ ਜੀ, ਜਿਹੜੇ ਕਿ ਬੜੇ ਪੰਥਕ ਸੋਚ ਵਾਲੇ, ਇਹਨਾਂ ਦੇ ਬਜ਼ੁਰਗ ਜਿਹੜੇ ਆ ਉਹ ਵੀ ਬੜੀ ਤਗੜੀ ਪੰਥਕ ਸੋਚ ਵਾਲੇ ਸੀਗੇ, ਉਹਨਾਂ ਨੇ ਬਹੁਤ ਤਗੜਾ ਉਪਰਾਲਾ ਕੀਤਾ ਇਲਾਕੇ ਦੀਆਂ ਸੰਗਤਾਂ ਨੂੰ ਜੋੜ ਕੇ। ਹੋਰ ਵੀ ਜਿਹੜੇ ਕੋਈ ਵੀਰ ਟੇਢੇ ਮੇਢੇ ਹੋਏ ਉਹਨਾਂ ਨੂੰ ਵੀ ਨਾਲ ਜੋੜ ਕੇ ਬਹੁਤ ਵਧੀਆ ਉਪਰਾਲਾ ਕਰ ਰਹੇ ਆ ਵੀ ਕਿਸੇ ਨੂੰ ਨਾਰਾਜ਼ ਨਹੀਂ ਕਰਨਾ। ਜਿਹੜਾ ਵੀ ਕੋਈ ਸੇਵਾ ਕਰਨੀ ਚਾਹੁੰਦਾ ਉਹ ਕਮੇਟੀ 'ਚ ਆਣ ਕੇ ਸੇਵਾ ਦੀ ਭਾਵਨਾ ਆਵੇ, ਨਾ ਕਿ ਉਹ ਘੁੰਮਣ ਵਾਲੀ ਕੁਰਸੀ ਤੇ ਬਹਿਣ ਦੀ ਭਾਵਨਾ ਨਾ ਆਵੇ। ਸੇਵਾ ਕਰਨ ਦੀ ਭਾਵਨਾ ਨਾਲ ਜਿਹੜਾ ਆਊਗਾ ਤੇ ਉਹਨੂੰ ਮੇਰੀ ਵੀ ਸੋਚ ਆ ਵੀ ਉਹਨੂੰ ਕਮੇਟੀ ਵਿੱਚ ਜ਼ਰੂਰ ਲੈਣਾ ਚਾਹੀਦਾ। ਤੇ ਇਹ ਇਲਾਕੇ ਦੀ ਜਿਹੜੀ ਇਹ ਬਹੁਤ ਹੀ ਵੱਡੀ ਸਥਾਨ ਆ, ਜਿਹੜਾ ਇਹਦੇ ਨਾਲ ਇਲਾਕੇ ਦੀ ਬਹੁਤ ਤਰੱਕੀ ਹੋ ਸਕਦੀ ਆ, ਕਿਉਂਕਿ ਇਹ ਬਾਬਾ ਸ੍ਰੀ ਚੰਦ ਨੂੰ ਮੰਨਣ ਵਾਲੀ ਸੰਗਤਾਂ ਬਹੁਤ ਦੂਰ ਦੂਰ ਤੋਂ ਇੱਥੇ ਆਉਂਦੀਆਂ ਨੇ। ਤੇ ਇਹਦਾ ਜਿਹੜਾ ਬਜਟ ਆ ਉਹਦੇ ਬਜਟ ਨਾਲ ਹੀ ਇਲਾਕੇ ਦਾ ਕਾਫੀ ਸੁਧਾਰ ਕਰ ਸਕਦੇ ਆ। ਜਿੱਦਾਂ ਕਾਲਜ ਚੱਲਦਾ ਲੜਕੀਆਂ ਦਾ, ਭਾਈ ਸਾਹਿਬ ਨੇ ਦੱਸਿਆ, ਹੋਰ ਡਿਸਪੈਂਸਰੀ ਆ, ਬਿਰਧ ਆਸ਼ਰਮ ਖੋਲ੍ਹਣ ਦੀ ਗੱਲ ਚੱਲ ਰਹੀ ਸੀ। ਹੋਰ ਜਿਹੜੇ ਵੀ ਤੁਸੀਂ ਇਲਾਕੇ ਵਾਸਤੇ ਕੋਈ ਉਪਰਾਲੇ ਕਰਨੇ ਚਾਹੋ ਕਰ ਸਕਦੇ ਹੋ। ਤੇ ਮੈਂ ਇਹ ਕਹਿਣਾ ਵੀ ਇਹ ਬਹੁਤ ਹੀ ਵਧੀਆ ਜਿਹੜਾ ਉਪਰਾਲਾ ਪ੍ਰਧਾਨ ਸਰਦਾਰ ਕਸ਼ਮੀਰ ਸਿੰਘ ਕਰ ਰਹੇ ਨੇ, ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਦੇ ਹਾਂ। ਤੇ ਸਾਰੀਆਂ ਸੰਗਤਾਂ ਜਿਹੜੀਆਂ ਨੇ, ਮੈਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ, ਹੋਰ ਜਿਹੜੇ ਲੀਡਰ ਸਭਾਨ ਨੇ ਇਲਾਕੇ ਦੇ, ਉਹਨਾਂ ਗੜੀ ਹੱਥ ਜੋੜ ਕੇ ਬੇਨਤੀ ਕੀਤੀ ਜਾਂਦੀ ਹੈ ਵੀ ਜਿਹੜਾ ਕੋਈ ਸੇਵਾ ਦੀ ਭਾਵਨਾ ਨਾ ਆਉਂਦਾ ਉਹਨੂੰ ਆਉਣ ਦਿਓ। ਤੇ ਧੌਂਸ ਵਾਲਾ ਜਿਹੜਾ ਇਹਨੂੰ ਤਾਂ ਪਰਮਾਤਮਾ ਹੀ ਸਵੀਕਾਰ ਨਹੀਂ ਕਰਦਾ, ਜਿਹੜਾ ਜ਼ੋਰ ਵਾਲਾ ਉਹਨੂੰ ਤਾਂ ਗੁਰੂ ਘਰ 'ਚ ਪ੍ਰਵਾਨ ਹੀ ਨਹੀਂ ਕੀਤਾ ਜਾਂਦਾ, ਗੁਰੂ ਨਹੀਂ ਕਰਦਾ। ਇੰਨੀਆਂ ਬੇਨਤੀਆਂ। ਵਾਹਿਗੁਰੂ ਜੀ ਕਾ ਖਾਲਸਾ। ਸੋ ਸੰਗਤ ਦੀ ਵੀ ਪੁਕਾਰ ਹੈ ਕਿ ਸੇਵਾਦਾਰ ਦੀ ਲੋੜ ਹੈ ਤੇ ਸੇਵਾਦਾਰ ਬਹੁਤ ਘੱਟ ਲੱਭਦੇ ਨੇ। ਤੇ ਬਾਬੇ ਸ਼੍ਰੀ ਚੰਦ ਦੀਆਂ ਜਿਹੜੀਆਂ ਕੁਰਸੀਆਂ ਦਾ ਘੁੰਮਣ ਵਾਲੀ ਕੁਰਸੀ, ਕਹਿੰਦੇ ਲਾਲਚ ਕੋਈ ਵੀਰ ਨਾ ਕਰੇ, ਕਿਉਂਕਿ ਇਹ ਜਿਹੜੀ ਕੁਰਸੀ ਆ ਸਿਆਸਤ ਦਾ ਪਹਿਲਾ ਸਟੈਪ ਲੱਗਦਾ। ਤੁਸੀਂ ਦੇਖ ਰਹੇ ਸੀ ਪੁਕਾਰ ਟੀਵੀ, ਕੈਮਰਾਮੈਨ ਦਲਵੀਰ ਬੂਰਾ, ਬਲਜਿੰਦਰ ਗੁਰਦਾਸਪੁਰ ਤੋਂ ਪੁਕਾਰ, ਆਪਣਿਆਂ ਦੀ ਆਪਣਿਆਂ ਲਈ।